गैंगस्टਰਾਂ खिलाफ देश भर ਦੇ ਵਿੱਚ एनआईए ਦਾ ਵੱਡਾ ਐਕਸ਼ਨ। पंजाब हरियाणा चंडीगढ़ समੇत 50 ਥਾਵਾਂ ਤੇ ਕੀਤੀ ਛਾਪੇਮਾਰੀ, ਕਈਆਂ ਨੂੰ ਹਿਰਾਸਤ ਵਿੱਚ ਲਿਆ, ਦਸਤਾਵੇਜ਼ ਕੀਤੇ ਜ਼ਬਤ। पंजाब च एनआईए ने खंगाले ਵੱਡੇ ਗੈਂਗਸਟਰਾਂ ਦੇ ਘਰ। ਅਬੋਹਰ ਦੇ ਵਿੱਚ ਲਾਰੈਂਸ, ਮੁਕਤਸਰ ਦੇ ਵਿੱਚ ਗੋਲਡੀ ਬਰਾੜ ਤਾਂ ਗੁਰਦਾਸਪੁਰ ਦੇ ਵਿੱਚ ਜੱਗੂ ਭਗਵਾਨਪੁਰੀਆ ਦੇ ਘਰ ਦੀ ਲਈ ਤਲਾਸ਼ੀ। ਪੰਜਾਬ ਭਰ ਦੇ ਵਿੱਚ 25 ਟਿਕਾਣਿਆਂ ਤੇ ਹੋਈ ਰੇਡ। ਬਠਿੰਡਾ ਪੁਲਿਸ ਦੀ ਕਸਟਡੀ ਦੇ ਵਿੱਚ ਲਾਰੈਂਸ ਬਿਸ਼ਨੋਈ ਵਪਾਰੀ ਤੋਂ 20 ਲੱਖ ਦੀ ਰੰਗਦਾਰੀ ਮੰਗਣ ਦੇ ਕੇਸ ਦੇ ਵਿੱਚ ਕੀਤੀ ਜਾਵੇਗੀ ਪੁੱਛਗਿੱਛ। ਪੈਸੇ ਨਾ ਦੇਣ ਤੇ ਘਰ ਨੂੰ ਲਾਈ ਸੀ ਅੱਗ। गोवा सरकार ਦੇ ਵੱਲੋਂ ਸੋਨਾਲੀ ਫੁਗਾੜ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼। ਗੋਵਾ ਦੇ ਸੀਐਮ ਬੋਲੇ, ਸਾਨੂੰ ਆਪਣੀ ਪੁਲਿਸ ਤੇ ਪੂਰਾ ਭਰੋਸਾ, ਪਰ ਪਰਿਵਾਰ ਦੀ ਮੰਗ ਨੂੰ ਦੇਖਦਿਆਂ ਸੀਬੀਆਈ ਨੂੰ ਸੌਂਪਣ ਜਾ ਰਹੇ ਹਾਂ ਕੇਸ। ਗਿਆਨ ਵਿਆਪੀ ਕੇਸ ਤੇ ਹਿੰਦੂ ਧਿਰ ਦੇ ਹੱਕ ਦੇ ਵਿੱਚ ਫੈਸਲਾ। ਵਾਰਾਣਸੀ ਕੋਰਟ ਨੇ ਕਿਹਾ, ਸ਼ਿੰਗਾਰ ਗੌਰੀ ਕੇਸ ਸੁਣਨ ਲਾਇਕ। 22 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ। ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਫਿਰ ਸੜਕਾਂ ਤੇ ਉਤਰੀ ਐਸਜੀਪੀਸੀ। ਪੰਜਾਬ ਭਰ ਦੇ ਵਿੱਚ ਕੀਤੇ ਪ੍ਰਦਰਸ਼ਨ। ਧਾਮੀ ਬੋਲੇ, ਸਾਡੇ ਸਬਰ ਦਾ ਨਾ ਲਿਆ ਜਾਵੇ ਇਮਤਿਹਾਨ, ਨਹੀਂ ਮੰਨੀ ਸਰਕਾਰ ਤਾਂ ਸ਼ੁਰੂ ਕਰਾਂਗੇ ਪਬਲਿਕ ਮੂਵਮੈਂਟ। ਫਿਰੋਜ਼ਪੁਰ ਦੇ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਜ਼ੋਰਦਾਰ ਵਿਰੋਧ। ਰਿਟਾਇਰਡ ਫੌਜੀਆਂ ਦੇ ਵਿਰੋਧ ਕਰਕੇ ਜਾਣਾ ਪਿਆ ਵਾਪਸ। ਕੈਪਟਨ ਸਰਕਾਰ ਵੇਲੇ ਦੀ ਸਕੀਮ ਖੁਸ਼ਹਾਲੀ ਦੇ ਰਾਖੇ ਖਤਮ ਕੀਤੇ ਜਾਣ ਤੋਂ ਨੇ ਖਫਾ। ਮਨਜਿੰਦਰ ਸਿੰਘ ਸਿਰਸਾ ਨੇ ਅਮਿਤ ਸ਼ਾਹ ਦੇ ਨਾਲ ਕੀਤੀ ਮੁਲਾਕਾਤ। ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਤੇ ਹੋਈ ਗੱਲਬਾਤ। ਸੰਗਰੂਰ ਦੇ ਵਿੱਚ ਮੁੰਡਿਆਂ ਨੇ ਤਮੱਚੇ ਤੇ ਮਨਾਇਆ ਜਨਮਦਿਨ ਦਾ ਜਸ਼ਨ। ਤਲਵਾਰ ਦੇ ਨਾਲ ਕੱਟਿਆ ਕੇਕ, ਕੀਤੇ ਹਵਾਈ ਫਾਇਰ। ਹੁੜਦੰਗ ਮਚਾਉਣ ਤੇ 12 ਦੇ ਖਿਲਾਫ ਕੇਸ ਦਰਜ, 2 ਗ੍ਰਿਫਤਾਰ। ਅੰਮ੍ਰਿਤਸਰ ਦੇ ਵਿੱਚ ਸੜਕ ਵਿਚਾਲੇ ਹਾਈ ਵੋਲਟੇਜ ਡਰਾਮਾ। ਸੜਕ ਵਿਚਾਲੇ ਭਿੜੇ ਪਤੀ ਪਤਨੀ, ਇੱਕ ਦੂਜੇ ਤੇ ਲਾਏ ਇਲਜ਼ਾਮ। ਪੁਲਿਸ ਨੇ ਵਿੱਚ ਪੈ ਕੇ ਸ਼ਾਂਤ ਕਰਵਾਇਆ ਮਾਮਲਾ। सत श्री अकाल, तुसीं वेख रहे हो न्यूज़ 18 पंजाब हरियाणा। मैं परमिंदर सिंह तेजा, सारे दर्शकों का बुलेटिन स्वागत है। शुरुआत करांगे एनआईए के वड्डे एक्शन तो। गैंगस्टਰਾਂ के खिलाफ एनआईए के ਵੱਲੋਂ ਵੱਡਾ एक्शन किया गया। देश भर ਦੇ ਵਿੱਚ 50 ਤੋਂ ਵੱਧ ਥਾਵਾਂ ਤੇ एनआईए ਦੇ ਵੱਲੋਂ ਰੇਡ ਕੀਤੀ ਗਈ। पंजाब ਦੇ ਵਿੱਚ 25 ਥਾਵਾਂ ਤੇ ਤਾਬੜਤੋੜ ਛਾਪੇਮਾਰੀ ਕੀਤੀ ਗਈ ਹੈ। ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਦੇ ਘਰ ਖੰਗਾਲੇ ਗਏ ਨੇ। ਗੈਂਗਸਟਰਾਂ ਦੇ ਘਰਦਿਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਐਨਆਈਏ ਦੀਆਂ ਟੀਮਾਂ ਦੇ ਵੱਲੋਂ। ਗੈਂਗਸਟਰਾਂ ਦੇ ਅੱਤਵਾਦੀਆਂ ਦੇ ਨਾਲ ਲਿੰਕ ਸਾਹਮਣੇ ਆਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਤੇ ਐਨਆਈਏ ਦੇ ਵੱਲੋਂ ਇਹ ਵੱਡਾ ਐਕਸ਼ਨ ਗਰਾਊਂਡ ਜ਼ੀਰੋ ਤੇ ਪੰਜਾਬ ਦੇ ਵਿੱਚ ਨਜ਼ਰ ਆਇਆ ਹੈ। ਜੱਗੂ ਭਗਵਾਨਪੁਰੀਆ ਦੀ ਮਾਂ ਦੇ 2 ਮੋਬਾਈਲ ਵੀ ਜ਼ਬਤ ਕੀਤੇ ਗਏ ਨੇ। ਜੱਗੂ ਦੇ ਘਰੋਂ ਕਈ ਅਹਿਮ ਦਸਤਾਵੇਜ਼ ਤੇ ਪੈਨ ਡਰਾਈਵ ਵੀ ਬਰਾਮਦ ਕੀਤੀ ਗਈ ਹੈ। ਬੰਬੀਆ ਗੈਂਗ ਦੇ ਲੱਕੀ ਪਟਿਆਲ ਦੇ ਘਰ 5 ਘੰਟੇ ਤੱਕ ਤਲਾਸ਼ੀ ਲਈ ਗਈ। ਉੱਥੇ ਗੱਲ ਮੋਗਾ ਦੀ ਕੀਤੀ ਜਾਵੇ ਤਾਂ ਮੋਗਾ 'ਚ ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਵੀ ਘਰ ਖੰਗਾਲਿਆ ਗਿਆ। ਕੋਟਕਪੁਰਾ ਦੇ ਵਿੱਚ ਗੈਂਗਸਟਰ ਵਿਨੇ ਦੋੜਾ ਦੇ ਘਰ ਵੀ ਐਨਆਈਏ ਦੀਆਂ ਟੀਮਾਂ ਦੇ ਵੱਲੋਂ ਰੇਡ ਕੀਤੀ ਗਈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਹਾਈ ਲੈਵਲ ਮੀਟਿੰਗ ਕੀਤੀ ਸੀ, ਜਿਸ ਦੀ ਅਗਵਾਈ ਅਮਿਤ ਸ਼ਾਹ ਦੇ ਵੱਲੋਂ ਕੀਤੀ ਗਈ ਸੀ। ਤੇ ਬੈਠਕ ਦੇ ਵਿੱਚ ਕੇਂਦਰੀ ਗ੍ਰਹਿ ਸਕੱਤਰ, ਐਨਆਈਏ ਦੇ ਡਾਇਰੈਕਟਰ ਜਨਰਲ, ਦਿੱਲੀ ਪੁਲਿਸ ਦੇ ਕਮਿਸ਼ਨਰ ਤੇ ਖੁਫੀਆ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ। ਇਸ ਬੈਠਕ ਦੇ ਵਿੱਚ ਅਮਿਤ ਸ਼ਾਹ ਨੇ ਸਖਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ, ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰਾਂ ਦੇ ਖਿਲਾਫ ਯੂਆਪਾ ਦੇ ਤਹਿਤ ਐਫਆਈਆਰ ਦਰਜ ਕੀਤੀ ਸੀ। ਉਸ ਮਾਮਲੇ ਨੂੰ ਐਨਆਈਏ ਨੇ ਟੇਕ ਓਵਰ ਕੀਤਾ ਤੇ ਜਿਸ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਐਕਸ਼ਨ ਵੀ ਨਜ਼ਰ ਆਇਆ। ਇਹ ਵੱਡਾ ਐਕਸ਼ਨ ਕੀਤਾ ਗਿਆ। ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 25 ਥਾਵਾਂ ਤੇ ਗੈਂਗਸਟਰਾਂ ਦੇ ਠਿਕਾਣਿਆਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਤੇ ਦੇਸ਼ ਭਰ ਦੇ ਵਿੱਚ 50 ਥਾਵਾਂ ਤੇ ਵੱਡਾ ਐਕਸ਼ਨ ਨਜ਼ਰ ਆਇਆ। ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਵੱਖ-ਵੱਖ ਜਗ੍ਹਾਵਾਂ ਦੀਆਂ, ਅਲੱਗ-ਅਲੱਗ ਜਗ੍ਹਾਵਾਂ ਦੀਆਂ, ਜਿੱਥੇ ਕਿ ਐਨਆਈਏ ਦੀਆਂ ਟੀਮਾਂ ਦੇ ਵੱਲੋਂ ਰੇਡ ਕੀਤੀ ਗਈ ਹੈ। ਚਾਹੇ ਉਹ ਗੱਲ ਪੰਜਾਬ ਦੀ ਹੋਵੇ, ਚਾਹੇ ਉਹ ਹਰਿਆਣਾ ਦੀ ਹੋਵੇ, ਜਿੱਥੇ ਵੀ ਗੈਂਗਸਟਰਾਂ ਦੇ ਘਰ ਨੇ, ਜਿੱਥੇ ਉਹਨਾਂ ਦੇ ਪਰਿਵਾਰ ਰਹਿੰਦੇ ਨੇ, ਉੱਥੇ ਐਨਆਈਏ ਦੀਆਂ ਟੀਮਾਂ ਪਹੁੰਚੀਆਂ। ਘਰਾਂ ਨੂੰ ਖੰਗਾਲਿਆ ਗਿਆ ਤੇ ਕਈ ਅਹਿਮ ਦਸਤਾਵੇਜ਼ ਵੀ ਇਸ ਦੌਰਾਨ ਐਨਆਈਏ ਦੀਆਂ ਟੀਮਾਂ ਦੇ ਵੱਲੋਂ ਬਰਾਮਦ ਕੀਤੇ ਗਏ ਨੇ, ਕਿਉਂਕਿ ਸਿੱਧੇ ਤੌਰ ਤੇ ਗੈਂਗਸਟਰਾਂ ਦੇ ਅੱਤਵਾਦੀਆਂ ਦੇ ਨਾਲ ਜੋ ਲਿੰਕ ਸਾਹਮਣੇ ਆਏ ਨੇ, ਇਸੇ ਨੂੰ ਲੈ ਕੇ ਹੁਣ ਐਨਆਈਏ ਦੀ ਐਂਟਰੀ ਹੋਈ ਹੈ। ਵੱਡਾ ਐਕਸ਼ਨ ਪੰਜਾਬ ਦੇ ਵਿੱਚ ਨਜ਼ਰ ਆਇਆ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਤੋਂ ਬਾਅਦ ਐਨਆਈਏ ਹਰਕਤ ਦੇ ਵਿੱਚ ਆਈ ਹੈ। ਵੱਖ-ਵੱਖ ਜਗ੍ਹਾਵਾਂ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਚਾਹੇ ਉਹ ਗੈਂਗਸਟਰ
जग्गू भगवानपुरिया होवे, चाहे लॉरेंस बिश्नोई होवे, चाहे इस तो इलावा गोल्डी बराड़ जिहड़ा कि मूसेवाला कतल मामले का भी मास्टरमाइंड है, कनेडा दे विच बैठा होया। इन्हें सारे मुख गैंगस्टर ने जिहड़े पंजाब दे वख-वख जगहां ते उन्हां दे घरां दे विच रेड की गई, घरां नूं खंगालिया गया, परिवारक मैंबरां दे मोबाइल तक जब्त किए गए ने, पेन ड्राइव जब्त की गई ते कई अहम दस्तावेज भी इस दौरान मिले ने। ते आउण वाले दिनां दे विच जल्द ही इस मामले दे विच कई ਵੱਡੇ खुलासे भी हो सकते हैं। हौली हौली साफ होगा कि आखिरकार जो कुछ बरामद होया है ਵੱਖ-ਵੱਖ गैंगस्टरां दे घरों, उस तो बाद च किस तरह के खुलासे होंदे ने, किस पासे तारां जुड़दियां ने, इस ते भी नजर आएगी। सो ਵੱਖ-ਵੱਖ जगहां ਦੀਆਂ ਅਸੀਂ ਤੁਹਾਨੂੰ तस्वीरां विखा रहे हैं, चाहे वो पंजाब की गल होवे, चंडीगढ़, हरियाणा, ਵੱਖ-ਵੱਖ जगहां ते NIA ਦਾ ਇਹ ਵੱਡਾ ਆਪਰੇਸ਼ਨ नजर आया। ਤੁਹਾਨੂੰ ਨਾਲ तस्वीरां भी विखा रहे हैं। गैंगस्टरां ਦੇ ਘਰਾਂ ਦੇ ਵਿੱਚ NIA ਦੀਆਂ ਟੀਮਾਂ ਪਹੁੰਚੀਆਂ ਨੇ। ਫਾਜ਼ਿਲਕਾ ਦੇ ਵਿੱਚ लॉरेंस बिश्नोई के घर NIA की टीम पहुंची, घरां नूं खंगालिया गया, तलाशी ली गई, कई अहम चीज़ां ने जिहड़े दस्तावेज भी अपने कब्जे विच ले गए ने। गुरदासपुर जग्गू भगवानपुरिया जिहड़ा कि गुरदासपुर का रहने वाला है, जिला गुरदासपुर दे विच उसदा घर है, परिवार के मैंबर उत्थे रहिंदे ने ते उन्हां दे घर भी NIA की टीम पहुंची। चंडीगढ़ दे विच भी गैंगस्टरां दे ठिकाणिਆਂ ते NIA ਦੀਆਂ ਟੀਮਾਂ ਦੇ ਵੱਲੋਂ रेड की गई। एक एक करके ਤੁਹਾਨੂੰ विस्तार ਦੇ ਨਾਲ ग्राफिक्स के जरिए दस रहे हैं कि कित्थे कित्थे NIA की टीम पहुंची, कित्थे वड्डा ऑपरेशन नजर आया। दिल्ली गल देश की राजधानी दिल्ली की की जाए तो दिल्ली दे विच भी NIA का वड्डा एक्शन नजर आया। जिथे जिथे भी सूचना मिली, जिथे जिथे की भी पूरी जानकारी सी कि आखिरकार किहड़े वड्डे गैंगस्टर ने, कित्थे कित्थे उन्हां दे परिवारक मैंबर रहिंदे ने, उत्थे उत्थे ही NIA ਦੀਆਂ ਟੀਮਾਂ ਦੇ ਵੱਲੋਂ दबिश दित्ती गई। इन्हां गैंगस्टरां ते जिहड़ा तुहानूं दस दईए कि यूआपा के तहत भी मामला दर्ज किया गया। जिहड़े गैंगस्टर तुहानूं उस तों भी वाकिफ करवा रहे हैं, चाहे गोल्डी बराड़ जिहड़े कि मूसेवाला कतल मामले का भी मास्टरमाइंड है, उसके खिलाफ भी यूआपा के तहत मामला दर्ज किया गया। मोनू डागर, प्रियाव्रत फौजी, दीपक भवानी, इस तो इलावा जगरूप सिंह, एक एक करके तुहानूं सारे गैंगस्टरां तो वाकिफ करवा रहे हैं, जिन्हां दे घरां दे विच NIA दा वड्डा एक्शन नजर आया। इस खबर ते ज़्यादा जानकारी लई साडे सहयोगी शंकर नंद जुड़े हुए ने। शंकर, बड़ा एक्शन NIA का पंजाब में, चंडीगढ़ में, हरियाणा में, दिल्ली में, अब तक क्या कुछ साफ हुआ है, क्या कुछ जानकारी सामने आई है? क्या माना जाए कि जल्द NIA की तरफ से कोई ऑफिशियली बयान भी जारी किया जाएगा, कोई बड़ी प्रेस कॉन्फ्रेंस भी की जा सकती है? देखिए, आज सर्च ऑपरेशन चल रहा है, तो आज देर शाम तक सर्च ऑपरेशन को कंडक्ट कर लिया जाएगा। जब पूरा तमाम लोकेशन से सर्च ऑपरेशन कंप्लीट हो जाएगा तो उसके बाद निश्चित तौर पे NIA के द्वारा इस मामले में एक लिखित तौर पर उन तमाम जानकारियों को साझा किया जाएगा कि क्या क्या आज के सर्च ऑपरेशन के दौरान बरामद हुआ है। लेकिन अगर यही सर्च ऑपरेशन अगर कल भी जारी रहता है तो उसके बाद कल इस मामले की जानकारी दी जाएगी। और कहा जा सकता है कि केंद्रीय जांच एजेंसी NIA के द्वारा जिस तरह एक बड़े ऑपरेशन को अंजाम दिया गया है, तो इस मामले में कई राज्यों से जिस तरह से एक ऑपरेशन को अंजाम दिया गया है, तो एक तरह से कह सकते हैं कि इसका जो दायरा है, इस इन्वेस्टिगेशन का काफी बड़ा दायरा है। और इस मामले में अब तक अगर दिल्ली की बात करें तो दिल्ली में जिस तरह से नीरज बवाना गैंग की बात करें या दूसरे गैंगस्टर की बात करें, तो उसके खिलाफ जिस तरह से कार्रवाई हुई है, तो एक तरह से कह सकते हैं कि गैंगस्टर के बीच में एक बहुत बड़ा मैसेज गया है कि अगर कोई भी गैंगस्टर अगर गलत तरह की एक्टिविटी में शामिल होगा तो उसके खिलाफ ठोस कार्रवाई होगी। तो एक तरह से कहा जा सकता है, चाहे गैंगस्टर हो या गैंगस्टर से संबंध रखने वाले अन्य लोग, एक बहुत बड़ा एक संदेश दिया गया है। और संदेश का मतलब साफ है कि अगर कोई गैंगस्टर अगर देश विरोधी गतिविधियों में अगर शामिल होगा या किसी तरह से हत्या या हत्या की कोशिश या टारगेट किलिंग इस तरह के मामलों में शामिल होगा तो उसके खिलाफ ठोस कार्रवाई होगी। करीब 2,10,406 ਜਿਹੜੀਆਂ ਮੈਡੀਕਲ ਡਰੱਗਸ ਜਿਹੜੀਆਂ ਨੇ ਰਿਕਵਰ ਕੀਤੀਆਂ ਗਈਆਂ ਔਰ 2 ਕਿਲੋ 300 ਗ੍ਰਾਮ ਚਰਸ ਰਿਕਵਰ ਹੋਈ ਆ। ਪੀਓਜ਼ ਦੇ ਖਿਲਾਫ ਇੱਕ ਸਪੈਸ਼ਲ ਕੈਂਪੇਨ ਚਲਾਇਆ ਸੀਗਾ NDPS ਐਕਟ ਪੀਓ ਦੇ ਖਿਲਾਫ। ਉਹਦੇ 'ਚ ਇਸ ਹਫਤੇ ਦੇ ਦੌਰਾਨ 17 ਪੀਓ ਅਰੈਸਟ ਹੋਏ ਆ ਔਰ ਹੁਣ ਤੱਕ ਦੀ ਜਿਹੜੀ ਫਿਗਰ ਆ ਉਹ 2 ਮਹੀਨੇ ਦੇ ਦੌਰਾਨ ਕਰੀਬ 280 ਜਿਹੜੇ ਨੇ ਪੀਓ ਅਰੈਸਟ ਕੀਤੇ ਜਾ ਚੁੱਕੇ ਆ। ਸੋ ਇਹ ਲਗਾਤਾਰ ਜਿਹੜੀ ਕੈਂਪੇਨ ਆ ਡਰੱਗਸ ਦੇ ਖਿਲਾਫ ਉਹ ਜਾਰੀ ਆ ਔਰ ਇਹਦੇ 'ਚ ਸਭ ਤੋਂ ਵੱਧ ਫੋਕਸ ਜਿਹੜਾ ਹੈ ਉਹ ਵੱਡੇ ਸਮਗਲਰਸ ਦੇ ਉੱਤੇ, ਕਮਰਸ਼ੀਅਲ ਕੁਆਂਟੀਟੀ ਦੇ ਉੱਤੇ ਔਰ ਡਰੱਗਸ ਦੇ ਜਿਹੜੇ ਪੀਓਜ਼ ਆ ਉਹਨਾਂ ਦੇ ਉੱਤੇ ਸਭ ਤੋਂ ਵੱਧ ਫੋਕਸ ਆ ਔਰ ਇਹ ਇਸੇ ਤਰ੍ਹਾਂ ਹੀ ਆਉਂਦੇ ਦਿਨਾਂ ਦੇ ਵਿੱਚ ਵੀ ਜਾਰੀ ਰਹੇਗੀ ਜਿਹੜੀ ਕੈਂਪੇਨ। ਕੋਈ ਸਪੈਸੀਫਿਕ ਤੁਹਾਡਾ ਕੁਐਸਚਨ ਹੋਵੇ ਤੁਸੀਂ ਪੁੱਛ ਸਕਦੇ ਹੋ। ਸਰ ਅੱਜ NIA ਦੀ ਰੇਡ ਪੰਜਾਬ ਪੁਲਿਸ ਦਾ ਸਰ ਕਿਸ ਤਰ੍ਹਾਂ ਦਾ ਇਹਦੇ ਵਿੱਚ ਰਿਹਾ ਕਿ ਸਹਿਯੋਗ ਰਿਹਾ ਕਿਉਂਕਿ ਲਗਾਤਾਰ ਜਿਹੜੇ ਗੈਂਗਸਟਰ ਨੇ ਕੈਟਾਗਰੀ ਦੇ ਦੇਖੋ ਇਹ ਜਿਹੜਾ NIA ਨੇ ਕੁਝ ਲਿਸਟਡ ਗੈਂਗਸਟਰਸ ਨੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਕਾਰਵਾਈ ਕੀਤੀ ਅੱਜ
ਔਰ ਉਹਦੇ ਵਿੱਚ ਪੰਜਾਬ ਪੁਲਿਸ ਔਰ AGTF ਜਿਹੜਾ ਪੰਜਾਬ ਪੁਲਿਸ ਦਾ ਐਂਟੀ ਗੈਂਗਸਟਰ ਟਾਸਕ ਫੋਰਸ ਸਪੈਸ਼ਲਾਈਜ਼ਡ ਵਿੰਗ ਹੈ ਜਿਹੜਾ, ਉਹਨਾਂ ਦੀ ਹੈਲਪ ਲਈ ਗਈ ਹੈ ਔਰ ਕਰੀਬ 22 ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਔਰ ਉਹਦੀ ਜਿਹੜੀ ਜ਼ਿਆਦਾ ਡਿਟੇਲ ਹੈ ਕਿ ਕਿਹੜੇ ਬੰਦੇ ਸੀਗੇ, ਕੀ ਰਿਕਵਰੀਜ਼ ਆ, ਉਹ ਤਾਂ ਕੋਈ NIA ਦਾ ਜਿਹੜਾ ਪ੍ਰਵਕਤਾ ਹੈ, ਜਿਹੜਾ ਸਪੋਕਸਮੈਨ ਹੋਏਗਾ ਉਹੀ ਦੱਸ ਸਕਦਾ। ਪਰ ਜੋ ਯੋਗਦਾਨ ਪੰਜਾਬ ਪੁਲਿਸ ਵੱਲੋਂ ਮੰਗਿਆ ਗਿਆ ਸੀਗਾ ਉਹ ਪੁਲਿਸ ਨੇ ਪੂਰਾ ਕੋਆਪਰੇਟ ਕੀਤਾ ਔਰ ਹਰ ਜਗ੍ਹਾ ਦੇ ਉੱਤੇ AGTF ਔਰ ਪੰਜਾਬ ਪੁਲਿਸ ਦੀਆਂ ਟੀਮਸ ਦੇ ਨਾਲ ਸਾਂਝੇ ਤੌਰ ਤੇ ਛਾਪੇਮਾਰੀ ਕੀਤੀ ਗਈ। ਸਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲਿਸਟ ਜਿਹੜੀ A ਕੈਟੇਗਰੀ ਦੇ ਗੈਂਗਸਟਰ ਹੈ, ਚਾਹੇ ਲਾਇਰਸ ਹੋਵੇ, ਕਿਉਂਕਿ ਪੰਜਾਬ 'ਚ ਮੋਸਟਲੀ 25 ਲੋਕੇਸ਼ਨ ਤੇ ਜਿੱਦਾਂ ਤੁਸੀਂ ਵੀ ਦੱਸਿਆ ਇਹ ਸਾਰੀ ਚੀਜ਼ਾਂ ਹੋਈ ਤੇ ਪੰਜਾਬ ਪੁਲਿਸ ਨੇ ਇਹ ਸਾਰੀ ਜਿਹੜੀ ਹੈਗੀ ਲਿਸਟ ਜਿਹੜੀ ਮੰਗੀ ਗਈ ਸੀ ਕਿਸ ਤਰ੍ਹਾਂ ਕੋਆਰਡੀਨੇਸ਼ਨ ਨਹੀਂ, ਇਹਦੇ ਵਿੱਚ ਜਦੋਂ ਕੋਈ ਏਜੰਸੀ ਤੁਹਾਡੇ ਨਾਲ ਕੰਟੈਕਟ ਕਰਦੀ ਆ ਉਹ ਮੇਨਲੀ ਅਸਿਸਟੈਂਸ ਮੰਗਦੇ ਆ ਤੁਹਾਡੇ ਤੋਂ। ਸਪੈਸੀਫਿਕ ਡਿਟੇਲਸ ਕਈ ਵਾਰੀ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜਿਸ ਤਰ੍ਹਾਂ ਅਸੀਂ ਵੀ ਜਦੋਂ ਦੂਜੀ ਸਟੇਟ 'ਚ ਜਾਂਦੇ ਹਾਂ ਅਸੀਂ ਇੱਕ ਸਪੈਸੀਫਿਕ ਲੋਕੇਸ਼ਨ ਜਾਂ ਇੱਕ ਸਪੈਸੀਫਿਕ ਪਰਪਸ ਵਾਸਤੇ ਪੁਲਿਸ ਦੀ ਹੈਲਪ ਮੰਗਦੇ ਹਾਂ। ਸੋ ਸਿਮਿਲਰਲੀ ਉਹਨਾਂ ਦੇ ਵੱਲੋਂ ਹੈਲਪ ਮੰਗੀ ਗਈ ਪੰਜਾਬ ਪੁਲਿਸ ਦੀ, ਔਰ ਪੰਜਾਬ ਪੁਲਿਸ ਦੇ ਵਿੱਚ ਫਰਦਰ ਜਿਹੜੀ ਕੋਆਰਡੀਨੇਟਿੰਗ ਏਜੰਸੀ ਆ ਉਹ ਸਾਡੀ AGTF ਆ ਫॉर ਆਲ ਗੈਂਗਸਟਰ ਦੇ ਅਗੇਂਸਟ ਜਿੰਨਾ ਵੀ ਐਕਸ਼ਨ ਆ ਆਲ ਸਚ ਪਰਪਸਿਸ ਵਾਸਤੇ। ਸੋ ਉਹਨਾਂ ਦੇ ਵੱਲੋਂ ਜਿੱਥੇ ਜਿੱਥੇ ਅਸਿਸਟੈਂਸ ਮੰਗੀ ਗਈ NIA ਵੱਲੋਂ ਉਹ ਪੂਰੀ ਅਸਿਸਟੈਂਸ ਦੇ ਕੇ ਔਰ ਜੁਆਇੰਟਲੀ ਜਿਹੜੀਆਂ ਸਰਚਿਸ ਕੀਤੀਆਂ ਗਈਆਂ ਕੰਡਕਟ ਦੇ अब ਜਿਹੜਾ ਅਸੀਂ ਗੈਂਗਸਟਰਸ ਦਾ ਜਿਹੜਾ ਨੈਕਸਸ ਦੀ ਗੱਲ ਕਰ ਰਹੇ ਨੇ ਅਕ੍ਰੋਸ ਬਾਰਡਰ ISI ਉਹਨਾਂ ਨੂੰ ਯੂਜ਼ ਕਰ ਰਹੀ ਹੈ, ਮਤਲਬ ਇਹ ਸਮਝ ਜਾਈਏ ਕਿ ਅਲਾਰਮਿੰਗ ਲੈਵਲ ਤੇ ਹੁਣ ਪਹੁੰਚ ਗਿਆ ਹੈ ਕਿ ਜਿਸ ਤਰੀਕੇ ਨਾਲ ਦੇਖੋ ਜਦੋਂ ਅਲਾਰਮਿੰਗ ਲੈਵਲ ਦਾ ਇਸ਼ੂ ਨਹੀਂ ਹੁੰਦਾ ਜੀ, ਜਦੋਂ ਜਿਹੜੀਆਂ ਕੋਈ ਵੀ ਇਨਫੋਰਸਮੈਂਟ ਏਜੰਸੀਜ਼ ਹੁੰਦੀਆਂ ਹਮੇਸ਼ਾ ਪ੍ਰੋਐਕਟਿਵ ਅਪਰੋਚ ਵਧੀਆ ਰਹਿੰਦੀ ਹੈ। ਸੋ ਇਹਦੇ ਵਿੱਚ ਇਸ ਤੋਂ ਪਹਿਲਾਂ ਕਿ ਇਹਨਾਂ ਦਾ ਹੋਰ ਅੱਗੇ ਨੈਕਸਸ ਵਧੇ, ਬੈਟਰ ਆ ਕਿ ਸ਼ੁਰੂ 'ਚ ਹੀ ਦਬਾ ਦਿੱਤਾ ਜਾਵੇ ਇਹਨਾਂ ਨੂੰ। ਪੰਜਾਬ ਦੇ ਵਿੱਚ ਸੋ ਕਿਹੜੇ ਮਾਮਲੇ ਆਏ ਨੇ ਸਰ ਜਿਨ੍ਹਾਂ ਦੇ ਵਿੱਚ ਗੈਂਗਸਟਰਸ ਦਾ ਜਿਹੜਾ ਹੈ ਅਕ੍ਰੋਸ ਬਾਰਡਰ ISI ਦੇ ਨਾਲ ਇਹ ਜਿੱਦਾਂ ਕੱਲ ਮਾਨਯੋਗ DG ਸਾਹਿਬ ਨੇ ਵੀ ਦੱਸਿਆ ਸੀ ਕਿ ਫਸਟ ਟਾਈਮ ਜਦੋਂ ਨਾਭਾ ਜੇਲ੍ਹ ਬ੍ਰੇਕ ਹੋਈ ਸੀਗੀ 2016 ਦੇ ਵਿੱਚ, ਉਦੋਂ ਪਹਿਲੀ ਵਾਰੀ ਇਹ ਗੱਲ ਸਾਹਮਣੇ ਆਈ ਸੀਗੀ। ਉਸ ਤੋਂ ਬਾਅਦ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਵਾਰੀ 2021 ਦੇ ਵਿੱਚ ਪ੍ਰੋਬੇਬਲੀ ਇੱਕ ਫੜਿਆ ਗਿਆ ਸੀ ਨੈਟਵਰਕ ਜਿਹਦੇ ਵਿੱਚ ਕੁਝ ਕਸ਼ਮੀਰੀ ਜਿਹੜੇ ਲੋਕ ਸੀਗੇ, ਕੁਝ ਪੰਜਾਬ ਦੇ ਜਿਹੜੇ ਸਮਗਲਰ ਸੀਗੇ। ਸੋ ਇੱਕ ਨੈਕਸਸ ਜਿਹੜਾ ਸੀਗਾ ਉਹ ਉਦੋਂ ਸਾਹਮਣੇ ਆਇਆ ਸੀਗਾ ਜਿਹਨੂੰ ਆਪਾਂ ਨਾਰਕੋ ਟੈਰਰਿਜ਼ਮ ਦਾ ਕਹਿ ਦਿੰਦੇ ਆ। ਸੋ ਇਸ ਤਰ੍ਹਾਂ ਦੇ ਸਪੋਰੈਡਿਕ ਜਿਹੜੇ ਆ ਇਨਸੀਡੈਂਟਸ ਜਾਂ ਇੱਦਾਂ ਦੇ ਅਲੱਗ-ਅਲੱਗ ਟਾਈਮ ਤੇ ਆਉਂਦੇ ਰਹਿੰਦੇ ਆ। ਸੋ ਐਸ ਸੱਚ ਕੋਈ ਆਪਾਂ ਕਹੀਏ ਕਿ ਪਰਮਾਨੈਂਟ ਕੋਈ ਡਾਟਾ ਬੈਂਕ ਹੋਵੇ ਉਹ ਤਾਂ ਇਦਾਂ ਦਾ ਨਹੀਂ ਹੈਗਾ, ਬਟ ਰੂਲ ਆਊਟ ਨਹੀਂ ਕਰ ਸਕਦੇ ਕਿਉਂਕਿ ਸਾਰਾ ਕੁਝ ਇੰਟਰਕਨੈਕਟਡ ਆ। ਜਿੱਦਾਂ ਅੱਜ ਦੀ ਆਪਾਂ ਰੇਟਸ ਦੀ ਗੱਲ ਵੀ ਕੀਤੀ ਆ, ਉਹਦਾ ਵੀ ਪ੍ਰੋਐਕਟਿਵ ਅਪਰੋਚ ਆ ਤਾਂ ਜੋ ਇਹ ਜਿਹੜੇ ਇਦਾਂ ਦੇ ਬੈਡ ਐਲੀਮੈਂਟਸ ਆ ਸਿਰ ਹੀ ਨਾ ਚੁੱਕ ਸਕਣ ਆਪਾਂ। ਸਰ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਦੇਖਿਆ ਗਿਆ ਪੰਜਾਬ 'ਚ, ਚਾਹੇ ਉਹ RPG ਅਟੈਕ ਹੋਵੇ ਮਹਾਲੀ ਦਾ, ਲੁਧਿਆਣਾ ਕੋਰਟ ਦਾ ਹੋਵੇ ਜਾਂ ਫਿਰ ਹੋਰ ਵੱਡੀ ਜਿਹੜੀ ਲੀਡ ਪੁਲਿਸ ਨੂੰ ਮਿਲੇ ਨੇ 70 ਸਿੰਘ ਨੂੰ ਅਰੈਸਟ ਕੀਤਾ, ਉਹਨੇ ਦੱਸਿਆ ਕਿ 25 ਬੰਦੇ ਆਇਡੈਂਟੀਫਾਈ ਵੀ ਕੀਤੇ ਚੜ੍ਹਤ ਸਿੰਘ ਜਿਸ ਤਰ੍ਹਾਂ। ਇਹ ਕਾਫੀ ਚੈਲੰਜ ਹੈ ਪੁਲਿਸ ਵਾਸਤੇ ਕਿ ਟੈਰਰਿਸਟ ਪਲੱਸ ਗੈਂਗਸਟਰ ਨੂੰ ਮਿਲ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼। ਦੇਖੋ ਜਦੋਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਕੀਤਾ ਜਾ ਸਕਦਾ, ਪਰ ਕਿਉਂਕਿ ਕਿਸੇ ਨੇ ਵੀ ਜਦੋਂ ਆਪਣੇ ਕਿਸੇ ਗਲਤ ਮਨਸੂਬੇ ਨੂੰ ਅੰਜਾਮ ਦੇਣਾ ਹੁੰਦਾ ਤਾਂ ਉਹਨੂੰ ਗਰਾਊਂਡ ਲੈਵਲ ਤੇ ਕੋਈ ਨਾ ਕੋਈ ਬੰਦਾ ਚਾਹੀਦਾ ਹੁੰਦਾ ਹੈ। ਔਰ ਪੰਜਾਬ ਦੀ ਜਿਹੜੀ ਸਾਈਕੀ ਆ ਸਟੇਟ ਦੀ ਜਾਂ ਯੂਥ ਦੀ, ਉਹ ਨੈਸ਼ਨਲਿਜ਼ਮ ਵਾਲੀ ਸਾਈਕੀ ਆ, ਉਹ ਇਸ ਤਰ੍ਹਾਂ ਦੇ ਕੰਮ 'ਚ ਇਨਵੋਲਵ ਹੁੰਦੇ ਨਹੀਂ। ਸੋ ਉਹ ਜਿਹੜੇ ਬੰਦੇ ਨੇ ਗਲਤ ਕੰਮ ਨੂੰ ਅੰਜਾਮ ਦੇਣਾ ਹੁੰਦਾ ਹੈ ਫਿਰ ਉਹ ਬੈਡ ਐਲੀਮੈਂਟਸ ਨੂੰ ਲੱਭਦਾ ਹੈ। ਔਰ ਮੇਬੀ ਇਹ ਜਿਹੜਾ ਇੱਕ ਉਹਨਾਂ ਦਾ ਕੋਸ਼ਿਸ਼ ਆ ਕਿ ਜਿਹੜੇ ਆਲਰੇਡੀ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਆ ਆਲਰੇਡੀ ਜਿਹੜੇ ਗਲਤ ਕੰਮਾਂ 'ਚ ਪਏ ਹੋਏ ਆ ਉਹਨਾਂ ਨੂੰ ਇਹਦੇ 'ਚ ਇਨਵੋਲਵ ਕੀਤਾ ਜਾਵੇ। ਸੋ ਇਹ ਕੋਸ਼ਿਸ਼ ਜਿਹੜੀ ਆ ਰਹਿੰਦੀ ਹੈ ਗੈਂਗਸਟਰਸ ਦੀ ਔਰ ਜਿਹੜਾ ਟੈਰਰਿਜ਼ਮ ਦਾ ਨੈਕਸਸ ਦੀ। ਸੋ ਪਰ ਜੇ ਕੋਈ ਆਰਗੇਨਾਈਜ਼ਡ ਕੋਈ ਬੜਾ ਐਸਟੈਬਲਿਸ਼ਡ ਆ ਉਹ ਅਜੇ ਇਸ ਸਟੇਜ ਤੇ ਇਦਾਂ ਦਾ ਨਹੀਂ ਕੁਛ ਹੈਗਾ। ਸਰ ਦੀਪਕ ਮੁੰਡੇ ਦੀ ਪੁੱਛਤਾਛ ਕੋਈ ਖਾਸੀ ਨਹੀਂ ਅਜੇ ਉਹਦੀ ਇੱਕ ਟੀਮ ਆ ਜੀ ਆਪਣੀ SIT ਆ, ਉਹ AGTF ਉਹਨਾਂ ਦੀ ਜਿਹੜੇ ADGP ਸਾਹਿਬ ਉਹਨਾਂ ਦੀ ਸੁਪਰਵਿਜ਼ਨ 'ਚ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਫਰਦਰ ਅਜੇ ਕੋਈ ਇਦਾਂ ਦਾ ਦੱਸਣਯੋਗ ਨਹੀਂ ਹੈਗਾ, ਕੋਈ ਹੋਏਗਾ ਤਾਂ ਆਪਣੇ ਆਪ ਸ਼ੇਅਰ ਕਰਾਂਗੇ ਸਾਰਿਆਂ ਦੇ ਨਾਲ। ਸਰ ਜੋ ਕਿ ਕੱਲ ਵੀ ਸਰ ਨੇ ਦੱਸਿਆ ਸੀਗਾ ਕਿ ਲਗਾਤਾਰ ਜਿਹੜੇ ਕ੍ਰਾਸ ਬਾਰਡਰ ਵੀ ਰਿੰਦਾ ਦਾ ਲਗਾਤਾਰ ਨਾਮ ਸਾਹਮਣੇ ਆ ਰਿਹਾ ਹੈ। ਰਿੰਦਾ ਨੂੰ ਤੇ ਲਖਵੀਰ ਸਿੰਘ ਡੰਡਾ ਨੂੰ ਵੀ ਕਈ ਚੀਜ਼ਾਂ 'ਚ ਡੋਮੀਨੇਟ ਕੀਤਾ ਹੈ। ਡਰੋਨ ਜਰੀਏ ਕਈ ਚੀਜ਼ਾਂ ਹਥਿਆਰ ਜਾਂ ਫਿਰ ਸਪਲਾਈ ਜਿਹੜੀ ਹੋ ਰਹੀ ਹੈ। ਜਿਹੜੇ ਲੋਕਲ ਬੰਦੇ ਜਿੱਦਾਂ ਤੁਸੀਂ ਵੀ ਕਿਹਾ ਕਿ ਛੋਟੀ ਏਜ ਦੇ 18 ਸਾਲ 19 ਸਾਲ 20 ਸਾਲ ਇਸੇ ਤਰ੍ਹਾਂ ਦੇ ਏਜ ਦੇ ਮੁੰਡੇ ਜਿਹੜੇ ਹੈਗੇ ਨੌਜਵਾਨ ਹੀ ਲੱਭਦੇ, ਉਹਨਾਂ ਨੂੰ ਲਾਲਚ ਦਿੱਤਾ ਜਾਂਦਾ। ਪੁਲਿਸ ਵਾਸਤੇ ਤਾਂ ਚੈਲੰਜ ਹੈ, ਉਹਦੇ ਵਾਸਤੇ ਕੁਝ ਖਾਸ ਤਿਆਰੀ ਜਾਂ ਕੁਝ ਖਾਸ ਸਪੈਸ਼ਲ ਜਿਹੜਾ ਦੇਖੋ ਕਈ ਚੀਜ਼ਾਂ ਹੁੰਦੀਆਂ, ਇੱਕ ਤਾਂ ਇਨਫੋਰਸਮੈਂਟ ਆ ਜਿਹੜੀ ਆਪਾਂ ਕਰ ਹੀ ਰਹੇ ਹਾਂ। ਜਿੱਦਾਂ ਤੁਸੀਂ ਦੇਖ ਹੀ ਰਹੇ ਆ ਬੜਾ ਪ੍ਰੋਐਕਟਿਵ ਹੋ ਕੇ ਸਾਰੀ ਪੰਜਾਬ ਪੁਲਿਸ ਲੱਗੀ ਹੋਈ ਆ। ਹਰ ਜ਼ਿਲ੍ਹੇ ਦੇ ਵਿੱਚ ਰੋਜ਼ ਗ੍ਰਿਫਤਾਰੀਆਂ ਵੀ ਹੋ ਰਹੀਆਂ, ਕਿਸੇ ਨਾਲ ਕੋਈ ਕਿਸੇ ਦਾ ਕਨੈਕਸ਼ਨ ਆ। ਜਿੱਦਾਂ ਪਿੱਛੇ ਨਵਾਂ ਸ਼ਹਿਰ ਦੇ ਵਿੱਚ ਹੋਈਆਂ, ਅੰਮ੍ਰਿਤਸਰ ਰੂਰਲ 'ਚ ਹੋਈਆਂ, ਜਲੰਧਰ ਰੂਰਲ ਦੇ ਵਿੱਚ ਹੋਈਆਂ।
ਸੋ ਸਾਰੀ ਜਗ੍ਹਾ ਦੇ ਉੱਤੇ ਚੱਲ ਰਿਹਾ। ਦੂਜਾ ਹੈਗਾ ਕਿ ਥਰੂ ਸੋਸ਼ਲ ਮੀਡੀਆ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਥ ਨੂੰ ਅਵੇਅਰ ਕਰਨ ਦੀ ਕਿ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਨਾ ਜੀ 17-18 ਸਾਲ ਦੀ, ਉਹਨਾਂ ਦੀ ਜੱਜ ਕਰਨਾ ਕਿ ਇਹ ਇੱਕ ਕ੍ਰਿਮੀਨਲ ਐਕਟੀਵਿਟੀ ਆ ਜਾਂ ਨਹੀਂ ਆ, ਉਹ ਕਈ ਵਾਰੀ ਔਖਾ ਹੁੰਦਾ ਹੈ। ਸੋ ਉਹਨਾਂ ਦੇ ਵਿੱਚ ਹੋਰ ਅਵੇਅਰਨੈਸ ਲਿਆਉਣ ਦੀ ਜ਼ਰੂਰਤ ਹੁੰਦੀ ਹੈ। ਉਹਦੇ ਲਈ ਮੀਡੀਆ ਦਾ ਵੀ ਬੜਾ ਯੋਗਦਾਨ ਵੀ ਹੈ ਔਰ ਮੇਰਾ ਖਿਆਲ ਅੱਗੇ ਵੀ ਰਹੇਗਾ ਯੋਗਦਾਨ। ਸੋ ਅੱਜ ਜੱਗੂ ਭਵਾਨੂ ਦੇ ਘਰ NRI ਗਈ ਹੈ ਤੇ ਉਹਨਾਂ ਨੇ ਜਿਹੜੇ ਬੈਂਕ ਖਾਤਿਆਂ ਦੀ ਡਿਟੇਲ ਤੇ ਹੋਰ ਜਿਹੜੇ ਜਾਇਦਾਦ ਦੀ ਡਿਟੇਲ ਲਈ ਹੈ, ਕਿਆ ਪੰਜਾਬ ਪੁਲਿਸ ਨੇ ਕਿਉਂ ਨਹੀਂ ਕਹਿਣਾ ਇਹ ਇਦਾਂ ਦੇ ਐਕਸ਼ਨ ਲਿਆ ਜੀ? ਅੱਜ NIA ਦਾ ਨਹੀਂ, ਐਸਾ ਨਹੀਂ ਹੁੰਦਾ ਜੀ। ਉਹ ਉਹਨਾਂ ਨੇ ਜਿਹੜਾ NIA ਦਾ ਐਕਸ਼ਨ ਆ ਉਹਦੇ ਬਾਰੇ ਕੋਈ ਵੀ ਟਿੱਪਣੀ ਕਰਨਾ ਵਾਜਿਬ ਨਹੀਂ ਆ। ਬਟ ਪੰਜਾਬ ਪੁਲਿਸ ਆਲਰੇਡੀ ਜੋ ਸਟੈਪਸ ਲੈਣੇ ਹੁੰਦੇ ਆ ਪ੍ਰੀਵੈਂਟਿਵ, ਜੋ ਕਿਸੇ ਦੇ ਖਿਲਾਫ ਸਟੈਪਸ ਲੈਣੇ ਹੁੰਦੇ ਆਲਰੇਡੀ ਲੈ ਰਹੀ ਆ। ਸੋ ਉਹ ਵੀ ਮੈਂ ਸ਼ੇਅਰ ਨਹੀਂ ਕਰ ਸਕਦਾ ਨਾ ਕਿੰਨੇ ਕੀ ਨਹੀਂ ਕੀਤਾ ਸੀਗਾ, ਉਹ ਆਪਾਂ ਨਹੀਂ ਕਹਿ ਸਕਦੇ ਨਾ ਵੀ ਨਹੀਂ ਕੀਤਾ ਸੀਗਾ। ਆਲਰੇਡੀ ਸਾਰੇ ਜੋ ਪ੍ਰੀਕਾਸ਼ਨਰੀ ਸਟੈਪਸ ਲੈਣੇ ਹੁੰਦੇ ਆ ਸਟੇਟ ਪੁਲਿਸ ਨੇ ਕਿਸੇ ਨੂੰ ਅਰੈਸਟ ਕਰਨ ਵਾਸਤੇ, ਕਿਸੇ ਦੀ ਸਰਵੇਲੈਂਸ ਵਾਸਤੇ, ਉਹ ਸਾਰੇ ਆਲਰੇਡੀ ਲਏ ਹੋਏ ਆਲਰੇਡੀ ਸਟੈਪਸ। ਫਿਲਹਾਲ ਪੰਜਾਬ ਪੁਲਿਸ ਕੋਲ ਜਿਹੜੇ ਗੈਂਗਸਟਰਸ ਨੇ ਜਿਹੜੇ ਫਿਲਹਾਲ ਅੱਜ ਦੇ ਸੂਬੇ ਵਿੱਚ ਨੇ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਇਹਨਾਂ ਦੇ ਅਕ੍ਰੋਸ ਬਾਰਡਰ ਕਨੈਕਸ਼ਨ ਜਿਹੜੇ ਨੇ ਉਹ ਕਿਤੇ ਲੱਭੇ ਨੇ ਪੁਲਿਸ ਨਹੀਂ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਜੀ ਇਹ ਡਿਸਕਲੋਜ਼ ਨਹੀਂ ਕੀਤੀਆਂ। ਆਈਜੀ ਸੁਖਚੈਨ ਗਿੱਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜੋ NIA ਦਾ ਪੰਜਾਬ ਦੇ ਵਿੱਚ ਵੱਡਾ ਐਕਸ਼ਨ ਨਜ਼ਰ ਆ ਰਿਹਾ, ਜੋ ਰੇਡ ਕੀਤੀ ਜਾ ਰਹੀ ਹੈ, ਉਸ ਨੂੰ ਲੈ ਕੇ ਆਈਜੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ NIA ਨੂੰ ਪੰਜਾਬ ਪੁਲਿਸ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। NIA ਤੇ AGTF ਦਾ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਜਾ ਰਿਹਾ, ਕਿਉਂਕਿ ਜਦੋਂ ਵੀ ਕਿਸੇ ਕੇਂਦਰੀ ਏਜੰਸੀ ਦੇ ਵੱਲੋਂ ਕਿਸੇ ਸੂਬੇ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਉੱਥੋਂ ਦੀ ਸਥਾਨਕ ਪੁਲਿਸ ਦਾ ਵੀ ਸਹਿਯੋਗ ਮੰਗਿਆ ਜਾਂਦਾ ਹੈ। ਤੇ ਆਈਜੀ ਦਾ ਕਹਿਣਾ ਹੈ ਕਿ NIA ਨੂੰ ਪੰਜਾਬ ਪੁਲਿਸ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਕਿ ਮਾਨ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਗਠਨ ਕੀਤਾ ਗਿਆ ਸੀਗਾ, ਉਸ ਦਾ ਤੇ NIA ਦਾ ਸਾਂਝਾ ਆਪਰੇਸ਼ਨ ਹੈ ਜਿਹੜੇ ਕਿ ਵੱਖ-ਵੱਖ ਜਗ੍ਹਾਵਾਂ ਤੇ ਜਿਹੜੇ ਵੱਡੇ ਗੈਂਗਸਟਰ ਨੇ, ਗੈਂਗਸਟਰਾਂ ਦੇ ਘਰਾਂ ਦੇ ਵਿੱਚ ਲਗਾਤਾਰ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਤੇ NIA ਦੀਆਂ ਟੀਮਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ। ਵੱਖ-ਵੱਖ ਜਗ੍ਹਾਵਾਂ ਤੋਂ ਕਈ ਦਸਤਾਵੇਜ਼ ਵੀ ਜਿਹੜੇ ਆ ਕਬਜ਼ੇ ਵਿੱਚ ਲਏ ਗਏ ਨੇ। ਕਈਆਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਮੋਬਾਈਲ ਤੱਕ ਵੀ ਜ਼ਬਤ ਕੀਤੇ ਗਏ ਨੇ ਤੇ ਜਲਦੀ ਇਸ ਨੂੰ ਲੈ ਕੇ ਵੀ ਕੋਈ ਵੱਡਾ ਖੁਲਾਸਾ ਹੋਵੇਗਾ। ਨਜ਼ਰ ਆਵੇਗਾ ਕਿ NIA ਦੇ ਵੱਲੋਂ ਇਸ ਨੂੰ ਲੈ ਕੇ ਕੋਈ ਅਫੀਸ਼ੀਅਲੀ ਬਿਆਨ ਕਦੋਂ ਤੱਕ ਦਿੱਤਾ ਜਾਂਦਾ ਤੇ ਕੀ ਕੁਝ ਬਰਾਮਦ ਹੁੰਦਾ ਹੈ ਤੇ ਕਿਸ ਪਾਸੇ ਤਾਰਾਂ ਜੁੜਦੀਆਂ ਨੇ, ਕਿਸ ਪਾਸੇ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ।